ਅੱਜ ਤੋਂ ਪਹਿਲੇ ਤੁਸੀਂ ਸਾਰੇ ਬੀਜੇਪੀ ਦੇ ਲੀਡਰਸ ਨੂੰ ਉਹਨਾਂ ਦੀ ਜਦੋਂ ਉਹਨਾਂ ਦੀ ਮਤਲਬ ਤਲਵੇ ਚੱਟ ਕੇ ਉਹਨਾਂ ਦੀ ਜੁੱਤੀਆਂ ਚੱਕ ਕੇ ਤੇ ਤੁਸੀਂ ਸਾਰੇ ਸੁੱਖ ਭੋਗਦੇ ਰਹੇ ਹੋ ਤੇ ਤਦ ਬੀਜੇਪੀ ਦਾ ਕੈਡਰ ਦਾ ਤੁਹਾਨੂੰ ਖਿਆਲ ਨਹੀਂ ਆਇਆ। ਤੇਰੇ ਦੋ ਅਨਮੋਲ ਰਤਨ ਸਾਰਾ ਗੁਰਦੁਆਰਾ ਕਮੇਟੀ ਦਾ ਸਟਾਫ ਇਸ ਇੰਟਰਵਿਊ ਨੂੰ ਦੇਖ ਕੇ ਸਮਝ ਜਾਏਗਾ ਕਿਹੜੇ ਨੇ, ਕਿਹੜੇ ਮਕਾਨ ਨੂੰ ਉਹ ਕਿਸੇ ਵੀ EMPLOYE ਨੂੰ ਦੇਣ ਵਕਤ ਲੱਖੋਂ ਰੁਪਈਆ ਉਹਦੀ ਬੇਈਮਾਨੀ ਨਹੀਂ ਕਰਦੇ, ਕਿਹੜੇ ਉਹਦੇ 'ਚ ਫੁੱਲ ਲੱਗੇ ਸੀ। ਇਹ ਦੋ ਅਨਮੋਲ ਰਤਨ ਔਰ ਆਪਣਾ ਪੂਰਾ ਚਿੱਠਾ ਪੋਲ ਦਾ ਮੇਰੇ ਕੋਲ ਖੁਲਵਾਣਾ ਨਹੀਂ। ਸੱਚੇ ਹੋ ਤੇ ਐਗਰੀਮੈਂਟ ਲਿਆਓ 7 ਤਰੀਕ ਤੋਂ ਪਹਿਲਾਂ। ਜੇ ਤੁਹਾਡੇ ਪਤਲੇ ਸੰਗਤ ਦੇ ਸਾਹਮਣੇ ਦਾ ਖੋਲ ਕੇ ਰੱਖ ਲਈਏ ਤੇ ਫਿਰ ਤੁਸੀਂ ਕਹਿਣਾ। ਜ਼ਮੀਰ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਨੂੰ ਕੁਲਵੰਤ ਸਿੰਘ ਗਗਨਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਤੇਜ਼ ਤਰਾਰ ਤੇ ਬੇਬਾਕ ਨੇਤਾ ਸਰਦਾਰ ਗੁਰਮੀਤ ਸਿੰਘ ਛੰਟੀ ਅੱਜ ਸਾਡੇ ਨਾਲ ਨੇ। ਉਹਨਾਂ ਤੋਂ ਪੁੱਛਾਂਗੇ ਕੁਝ ਸਵਾਲ। ਛੰਟੀ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੰਟੀ ਜੀ, ਹਰਮੀਤ ਸਿੰਘ ਕਾਲਕਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਬਾਲਾ ਸਾਹਿਬ ਹਸਪਤਾਲ ਦਾ ਮੁੱਦਾ ਤੇ ਕਈ ਹੋਰ ਮੁੱਦੇ ਉਠਾਏ ਨੇ ਜੀ। ਕੀ ਕਹਿਣਾ ਤੁਹਾਡਾ? ਚਲੋ, ਮੇਰਾ ਕਹਿਣ ਦਾ ਮਤਲਬ ਹੈ ਕਿ ਸ਼ੁਕਰ ਹੈ ਹਰਮੀਤ ਸਿੰਘ ਕਾਲਕਾ ਬੋਲਿਆ ਤੇ ਸਹੀ। ਮੈਨੂੰ ਤਾਂ ਲੱਗਿਆ ਸ਼ਾਇਦ ਸਿਰਸਾ ਨੇ ਉਹਨੂੰ ਜਵਾਨ ਤੇ ਹੀ ਕੋਈ ਇਹੋ ਜਿਹਾ ਟੀਕਾ ਲਾਤਾ ਕਿ ਉਹਨੂੰ ਗੂੰਗਾ ਹੀ ਕਰਤਾ ਸੀ, ਕਿਉਂਕਿ ਜ਼ੀਰੋ ਤੇ ਉਹਨੇ ਕਰ ਹੀ ਦਿੱਤਾ। ਭਾਵੇਂ ਪਾਰਟੀ ਦੇ ਕੰਮ ਹੋਣ ਤੇ ਭਾਵੇਂ ਕਮੇਟੀ ਦੇ ਕੰਮ ਹੋਣ, ਉਹੀ ਆਪਣੇ ਆਪ ਨੂੰ ਪ੍ਰਧਾਨ ਸ਼ੋਅ ਕਰ ਰਿਹਾ ਕਿਉਂਕਿ ਉਹਦਾ ਇੱਕ ਕੰਮ ਹੈ ਤੇ ਇਹਨੂੰ ਜ਼ੀਰੋ ਕਰਕੇ ਉਹਨੇ ਬਾਤਾ। ਹੁਣ ਥੋੜਾ ਜਿਹਾ ਕਿਹਾ ਹੋਣਾ ਕਿ ਸਾਰਾ ਕੁਝ ਮੈਂ ਹੀ ਬੋਲੀ ਜਾਂਦਾ, ਤੂੰ ਕੁਝ ਬੋਲਦਾ ਨਹੀਂ, ਗੂੰਗਾ ਵੱਟਾ ਹੀ ਨਾ ਬਣ, ਕੁਝ ਨਾ ਕੁਝ ਬੋਲ, ਡੰਮੀ ਨਾ। ਹਾਂ ਬਈ ਕੁਝ ਤਾਂ ਬੋਲ, ਗੂੰਗਾ ਵੱਟਾ ਨਾ ਬਣ। ਇਸ ਕਰਕੇ ਉਹਨੇ ਹੁਣ ਅੱਜ ਇੰਟਰਵਿਊ ਦਿੱਤਾ। ਉਹਨੇ ਜਿਹੜਾ ਇੰਟਰਵਿਊ ਦਿੱਤਾ, ਮੈਂ ਹਰ ਗੱਲ ਦਾ ਉਹਦੀ ਜਵਾਬ ਦੇਣ ਨੂੰ ਤਿਆਰ ਹਾਂ। ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਰਨਾ ਸਾਹਿਬ 20 ਸਾਲ ਤੋਂ ਬਾਲਾ ਸਾਹਿਬ ਹਸਪਤਾਲ ਦੇ ਉੱਤੇ ਰਾਜਨੀਤੀ ਕਰ ਰਹੇ ਨੇ। ਉਹਦੀ ਬੁੱਧੀ ਘੱਟ ਹੈ। ਉਹ ਕੱਟ ਕੇ ਉਹਨੂੰ ਪੁੱਛੋ ਕਿ ਤੈਨੂੰ ਸਰਨਾ ਸਾਹਿਬ ਦੀ ਪਾਰਟੀ ਤੋਂ ਬਾਦਲ ਅਕਾਲੀ ਦਲ ਗਏ 'ਚ ਟਾਈਮ ਕਿੰਨਾ ਹੋਇਆ। ਬੋਲਣ ਲੱਗਿਆ ਇਸ ਗੱਲ ਦਾ ਤੇ ਖਿਆਲ ਕਰ ਲੈ, ਤੂੰ ਨਿਕਲਿਆ ਕਿੱਥੋਂ ਹੈ, ਤੇਰੀ ਬਿਸਾਤ ਕੀ ਹੈ, ਤੇਰੀ ਰਾਜਨੀਤੀ ਦੀ ਔਕਾਤ ਕਿਤਨੀ ਹੈ। 10 ਸਾਲ ਹੋਏ ਨੇ ਤੈਨੂੰ ਅਕਾਲੀ ਦਲ ਬਾਦਲ ਜੁਆਇਨ ਕੀਤੇ, ਉਸ ਤੋਂ ਪਿਛਲੇ 10 ਸਾਲ ਤੂੰ ਸਰਨਾ ਸਾਹਿਬ ਦੀ ਪਾਰਟੀ 'ਚ ਸੀ। ਤੇ ਇਸ ਦਾ ਮਤਲਬ ਇਹ ਹੋਇਆ ਕਿ 10 ਸਾਲ ਤੇ ਫਿਰ ਤੂੰ ਵੀ ਬਾਲਾ ਸਾਹਿਬ ਹਸਪੀਟਲ ਤੇ ਸਰਨਾ ਸਾਹਿਬ ਦੇ ਨਾਲ ਮਿਲ ਕੇ ਰਾਜਨੀਤੀ ਕੀਤੀ ਹੈ, ਜੇ ਸਰਨਾ ਸਾਹਿਬ ਨੇ ਕੀਤੀ ਹੈ ਤੇ, ਕਿਉਂਕਿ 10 ਸਾਲ ਹੀ ਹੋਏ ਤਾਂ ਸਰਨਾ ਸਾਹਿਬ ਦੀ ਪਾਰਟੀ ਤੋਂ ਗਏ ਹੈ ਤੇ 20 ਸਾਲ ਕਿੱਥੋਂ ਗਏ। ਪਹਿਲੇ 10 ਤੇ 20 ਚੋਂ ਘਟਾਏ, ਫਿਰ ਉਹਨੂੰ ਮੈਂ ਉਹਦੀ ਰਾਜਨੀਤੀ ਦਾ ਜਵਾਬ ਦੇਵਾਂਗਾ ਕਿ ਰਾਜਨੀਤੀ ਕਿੰਨੇ ਕੀਤੀ। ਹਸਪੀਟਲ ਬਣਨ ਤੋਂ ਤੁਹਾਡੀ ਪਾਰਟੀ ਦੇ ਕਿਹੜੇ ਕਿਹੜੇ ਲੀਡਰ ਨੇ ਰੋਕਿਆ, ਕਿਹੜੇ ਕਿਹੜੇ ਅੜੰਗੇ ਤੁਸੀਂ ਪਾਏ, ਉਹ ਸਾਰਾ ਜੱਗ ਜ਼ਾਹਿਰ ਹੈ। ਇਹਦੇ ਬਾਰੇ ਕਿਸੇ ਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ ਹੈ। ਛੰਟੀ ਜੀ, ਇੱਕ ਹੋਰ ਦੋਸ਼ ਹੈ, ਉਹਨਾਂ ਨੇ ਕਿਹਾ ਕਿ ਸਰਨਾ ਸਾਹਿਬ ਆਪਣੇ ਸ਼ਾਸਨ ਕਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਤੇ ਕਾਂਗਰਸ ਦੇ ਲੀਡਰਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕਰਦੇ ਰਹੇ ਨੇ। ਦੱਸੋ, ਮਸਾ ਬੀਜੇਪੀ ਦੀ ਝੋਲੀ ਚੋਂ ਹੁਣੇ ਨਿਕਲੇ ਨੇ। ਬੀਜੇਪੀ ਦੀ ਮਿਹਰਬਾਨੀਆਂ ਦੇ ਨਾਲ ਹੀ ਇਹਨਾਂ ਨੇ ਸਾਰੇ ਸੱਤਾ ਦੇ ਸੁੱਖ ਭੋਗੇ ਆ। ਭਾਵੇਂ ਉਹਨਾਂ ਦਾ ਪ੍ਰਧਾਨ GC2 ਹੋਵੇ ਮਨਜਿੰਦਰ ਸਿੰਘ ਸਿਰਸਾ, ਤੇ ਭਾਵੇਂ ਹੋਵੇ ਹਰਮੀਤ ਸਿੰਘ ਕਾਲਕਾ, ਜਾਂ ਭਾਵੇਂ ਹੋਵੇ ਹਰਮੀਤ ਸਿੰਘ ਕਾਲਕਾ ਜਿਹਦੇ ਘਰੋਂ ਉਹਨਾਂ ਦੀ ਧਰਮ ਸੁਪਤਨੀ। ਇਹਨਾਂ ਕੋਲ ਪੁੱਛੋ ਕਿ ਅੱਜ ਤੋਂ 2-3 ਮਹੀਨੇ ਪਹਿਲੇ ਜਦੋਂ ਕਿਸਾਨੀ ਮੈਟਰ ਤੇ ਤੁਸੀਂ ਨਾਟਕਬਾਜ਼ੀ ਕਰਕੇ ਕੈਬਨਿਟ ਤੋਂ ਬਾਹਰ ਆਏ, ਉਸ ਤੋਂ ਤਾਂ ਹੀ ਮਸਾ 3 ਮਹੀਨੇ ਹੀ ਹੋਏ ਨੇ ਤੁਹਾਡੀ ਨਵੀਂ ਜ਼ਿੰਦਗੀ ਨੂੰ, ਨਵੀਂ ਤੁਹਾਡੀ ਸਿਆਸਤ ਨੂੰ, ਅਕਾਲੀਆਂ ਦੀ ਸਿਆਸਤ ਨੂੰ। ਵਰਨਾ ਸਾਰੀ ਸਿਆਸਤ ਤੁਹਾਡੀ ਬੀਜੇਪੀ ਤੋਂ ਡਿਪੈਂਡ ਸੀ। ਇੱਥੇ ਤੱਕ ਡਿਪੈਂਡ ਸੀ ਕਿ ਤੁਹਾਡੀ ਹਿੰਮਤ ਹੀ ਨਹੀਂ ਸੀ ਕਿ ਅਕਾਲੀ ਦਲ ਦੇ ਸਿੰਬਲ ਦੇ ਉੱਤੇ ਦਿੱਲੀ ਦੇ ਵਿੱਚ ਤੁਸੀਂ ਤਰਾਜੂ ਦੇ ਉੱਤੇ ਚੁਣਾਵ ਲੜੋ। ਤੁਸੀਂ ਬੀਜੇਪੀ ਦੇ ਚੁਣਾਵ ਲੜਨ ਤੇ, ਸਿੰਬਲ ਤੇ ਚੁਣਾਵ ਲੜਨ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਆਪਣੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਦਿੱਲੀ ਦੇ ਵਿੱਚ ਚੁਣਾਵ ਲੜਨ ਤੋਂ ਇਸ ਗੱਲ ਦੇ ਉੱਤੇ ਮਨਾ ਕਰਤਾ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਜੇ ਅਸੀਂ ਤਰਾਜੂ ਤੋਂ ਲੜਾਂਗੇ ਤਾਂ ਸਾਡੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਅਸੀਂ ਲੜਾਂਗੇ ਤੇ ਬੀਜੇਪੀ ਦੇ ਸਿੰਬਲ ਫੁੱਲ ਤੇ ਲੜਾਂਗੇ, ਕਿਉਂਕਿ ਇਹਨਾਂ ਨੇ ਉੱਥੇ ਏਜੰਡਾ ਰੱਖਿਆ ਸੀ। ਕਿਉਂਕਿ ਅਗਰ ਬੀਜੇਪੀ ਦੇ ਫੁੱਲ ਦੇ ਸਿੰਬਲ ਤੇ ਨਹੀਂ ਲੜਾਂਗੇ ਤੇ ਬੀਜੇਪੀ ਦਾ ਜਿਹੜਾ ਕੈਡਰ ਹੈ ਉਹ ਸਾਡੀ ਮਦਦ ਨਹੀਂ ਕਰੇਗਾ, ਤੇ ਅਕਾਲੀਆਂ ਦਾ ਕੈਡਰ ਤੇ ਹੈ ਹੀ ਕੋਈ ਨਹੀਂ ਦਿੱਲੀ ਦੇ ਵਿੱਚ, ਤੇ ਅਸੀਂ ਸਾਡੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾਣਗੀਆਂ। ਮਸਾ ਬੀਜੇਪੀ ਦੀ ਮਤਲਬ ਗੋਦੀ ਵਿੱਚੋਂ ਸਾਰੇ ਸੁੱਖ ਮਾਣ ਕੇ ਨਿਕਲੇ, ਮਤਲਬ ਪ੍ਰਸਤ ਬਣ ਕੇ। ਭਾਵੇਂ ਮਨਜਿੰਦਰ ਸਿੰਘ ਸਿਰਸਾ ਨੇ MLA ਭੋਗਤੀ, ਭਾਵੇਂ ਇਸ ਨੇ MLA ਭੋਗਿਆ, ਭਾਵੇਂ ਅੱਜ ਇਹਨਾਂ ਦੀ ਵਾਈਫ ਕਾਉਂਸਲਰ ਹੈ। ਇੱਕ ਵੀ ਮੁੱਦੇ ਤੇ ਇਹਨਾਂ ਦਾ, ਕਿਸਾਨਾਂ ਦੇ ਉੱਤੇ ਇਹਨਾਂ ਦੀ ਵਾਈਫ ਦਾ ਕੋਈ ਬਿਆਨ ਸੁਣਿਆ ਤੁਸੀਂ ਐਜ਼ ਏ ਬੀਜੇਪੀ ਕਾਉਂਸਲਰ? ਅੱਜ ਮਤਲਬ ਤਾਜ਼ਾ ਕੁਲਵੰਤ ਸਿੰਘ ਬਾਠ ਜੇ ਸਾਡੇ ਤੋਂ ਬੀਜੇਪੀ ਤੋਂ ਇਹਨਾਂ ਤੋਂ ਬਾਹਰ ਆਇਆ ਹੈ, ਬੀਜੇਪੀ ਦਾ ਉਪ ਪ੍ਰਧਾਨ ਹੋਣ ਦੇ, ਤੇ ਜੇ ਅਸੀਂ ਉਹਨੂੰ ਇੱਕ ਸਰੋਪਾ ਪਾ ਦਿੱਤਾ ਤੇ ਇਹਦੀਆਂ ਚੀਕਾਂ ਨਿਕਲ ਗਈਆਂ ਨੇ। ਤੇ ਅੱਜ ਤੋਂ ਪਹਿਲੇ ਤੁਸੀਂ ਸਾਰੇ ਬੀਜੇਪੀ ਦੇ ਲੀਡਰਸ ਨੂੰ ਉਹਨਾਂ ਦੀ ਜਦੋਂ ਉਹਨਾਂ ਦੀ ਮਤਲਬ ਤਲਵੇ ਚੱਟ ਕੇ ਉਹਨਾਂ ਦੀ ਜੁੱਤੀਆਂ ਚੱਕ ਕੇ ਤੇ ਤੁਸੀਂ ਸਾਰੇ ਸੁੱਖ ਭੋਗਦੇ ਰਹੇ ਹੋ ਤੇ ਤਦ ਬੀਜੇਪੀ ਦਾ ਕੈਡਰ ਦਾ ਤੁਹਾਨੂੰ ਖਿਆਲ ਨਹੀਂ ਆਇਆ। ਜਿੰਨੀ ਸੱਤਾ ਦਾ ਸੁੱਖ ਮਾਣਿਆ ਜੇ ਬੀਜੇਪੀ ਦੇ ਸਿਰ ਤੇ ਮਾਣਿਆ ਜੇ, ਵਰਨਾ ਤੁਹਾਡੀ ਕੋਈ ਔਕਾਤ ਨਹੀਂ ਸੀ ਕਿ ਅਕਾਲੀਆਂ ਦੇ ਸਿੰਬਲ ਤੇ ਦਿੱਲੀ ਚ ਲੜ ਲਓ। ਜੇ ਹੁਣ ਵੀ ਮੌਕਾ ਆ ਰਿਹਾ ਨਾ, ਆਪ ਵੀ ਕਾਰਪੋਰੇਸ਼ਨ
ਕਾਰਪੋਰੇਸ਼ਨ ਦੀਆਂ ਚੋਣਾਂ ਦਮ ਮੈਂ ਤਾਂ ਲੜਾ ਕੇ ਦੇਖਣਾ ਆਪਣੇ ਅਕਾਲੀਆਂ ਦੇ ਸਿੰਬਲ ਤੇ ਤਰਾਜੂ ਤੇ, ਜੇ ਇੱਕ ਦੀ ਜ਼ਮਾਨਤ ਨਾਲ ਜ਼ਬਤ ਹੋਵੇ ਤੇ ਮੇਰਾ ਨਾਂ ਬਦਲ ਦੇਣਾ। ਸ਼ੰਟੀ ਜੀ, ਤੁਹਾਡੇ ਤੇ ਵੀ ਅੱਜ ਉਂਗਲ ਚੁੱਕੀ ਹੈ ਇਸ ਇੰਟਰਵਿਊ ਦੇ ਵਿੱਚ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਜਿਹੜੇ ਤੁਸੀਂ ਜਨਰਲ ਸਕੱਤਰ ਬਣੇ ਹੋ, ਇਹਦੇ ਉੱਤੇ ਵੀ ਉਹਨਾਂ ਨੇ ਕਮੈਂਟ ਕੀਤੇ ਨੇ। ਦੇਖੋ, ਉਹਦਾ ਕਮੈਂਟ ਕਰਨਾ ਜਾਇਜ਼ ਹੈ, ਪਰ ਉਹਨੂੰ ਇਸ ਗੱਲ ਦੀ ਅਕਲ ਨਹੀਂ ਹੈ ਕਿ ਜੇ ਅੱਜ ਉਹਨਾਂ ਨੇ ਮੇਰੇ ਤੇ ਉਂਗਲ ਚੁੱਕੀ ਹੈ ਤੇ ਮੈਂ ਤਾਂ ਥੋੜੇ ਦਿਨ ਪਹਿਲੇ ਅਕਾਲੀ ਦਲ ਬਾਦਲ ਤੋਂ ਅਸਤੀਫਾ ਦਿੱਤਾ ਹੈ। ਜੇ ਮੈਂ ਤਾਂ ਅਕਾਲੀ ਦਲ ਬਾਦਲ ਤੋਂ ਅਸਤੀਫਾ ਦਿੱਤਾ ਹੈ ਤੇ ਤਦ ਉਹਨਾਂ ਨੂੰ ਮੈਂ ਚੰਗਾ ਸੀ, ਅੱਜ ਮੈਂ ਮਾੜਾ ਹੋ ਗਿਆ। 2013 ਦੇ ਵਿੱਚ ਪਹਿਲਾ ਚੁਣਾਵ ਜਿਹੜਾ ਮੈਂ ਲੜਿਆ ਅਕਾਲੀ ਦਲ ਬਾਦਲ ਦੇ ਸਿੰਬਲ ਤੋਂ, ਤਦ ਮੈਂ ਇਹਨਾਂ ਨੂੰ ਚੰਗਾ ਲੱਗਿਆ, ਫਿਰ ਮੈਂ ਛੱਡ ਦਿੱਤਾ, ਫਿਰ ਮੈਂ ਮਾੜਾ ਹੋ ਗਿਆ। ਫਿਰ ਮੈਂ 2019 ਦੇ ਵਿੱਚ ਇਹਨਾਂ ਕੋਲ ਆ ਗਿਆ ਤੇ ਫਿਰ ਮੈਂ ਚੰਗਾ ਹੋ ਗਿਆ। ਹੁਣ ਮੈਂ ਮਤਲਬ ਅਕਾਲੀ ਦਲ ਦਿੱਲੀ ਦੇ ਵਿੱਚ ਆ ਗਿਆ, ਤੈਨੂੰ ਮੈਂ ਮਾੜਾ ਲੱਗਣ ਲੱਗ ਗਿਆ ਕਿਉਂਕਿ ਮੈਂ ਇਹਨਾਂ ਦੀ ਪੋਲਾਂ ਖੋਲਣ ਲੱਗ ਗਿਆ, ਕਿਉਂਕਿ ਮੈਂ ਇਹਨਾਂ ਦੇ ਭ੍ਰਿਸ਼ਟਾਚਾਰ ਦੀ ਚਿੱਠੀਆਂ ਲਿਖ ਕੇ ਇਹਨਾਂ ਨੂੰ ਛੱਡਿਆ। ਕਾਰਨ ਇਹਨੇ ਛੱਡਣ ਦਾ ਕਿ ਤੁਹਾਨੂੰ ਇਹ ਛੱਡਿਆ ਕਿਉਂ ਹੈ ਔਰ ਸੈਕਟਰੀ ਜਨਰਲ ਇਸ ਪਾਰਟੀ ਜਾ ਕੇ ਬਣਿਆ ਕਿਉਂ ਆ। ਭ੍ਰਿਸ਼ਟਾਚਾਰ ਦੀ ਗੱਲ ਕੀਤੀ ਤੁਸੀਂ ਹੁਣ ਜੀ, ਉਹਨਾਂ ਨੇ ਕਿਹਾ ਕਿ ਸਰਨਾ ਸਾਹਿਬ ਦੇ ਟਾਈਮ ਵੀ ਭ੍ਰਿਸ਼ਟਾਚਾਰ ਹੋਇਆ ਤੇ ਉਹਨਾਂ ਦੇ ਉੱਤੇ FIR ਵੀ ਦਰਜ ਹੋਈਆਂ। ਦੇਖੋ ਜੀ, ਪਹਿਲੀ ਗੱਲ ਤੇ ਸਰਨਾ ਸਾਹਿਬ ਦੇ ਟਾਈਮ ਦੇ ਉੱਤੇ ਜਿਹੜੇ ਉਹਨੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਨਾ, ਤੇ ਪਹਿਲੇ ਆਪਣਾ ਪਿਛੋਕੜ ਟਟੋਲ ਲੈ। ਆਪਣੇ ਦਾਦਾ ਜੀ ਦੇ ਟਾਈਮ ਤੋਂ ਮੈਂ ਬਹੁਤਾ ਬੋਲਣਾ ਨਹੀਂ ਚਾਹੁੰਦਾ। ਜਦੋਂ ਆਪਣਾ ਸਰਦਾਰ ਜਸਵੰਤ ਸਿੰਘ ਕਾਲਕਾ ਜੀ ਸੀ ਨਾ ਪ੍ਰਧਾਨ ਜੀ, ਤੇ ਉਸ ਟਾਈਮ ਦਾ ਗੁੰਮਿਆ 10 ਲੱਖ ਰੁਪਈਆ ਅੱਜ ਤੱਕ ਲੱਭਦਾ ਨਹੀਂ ਪਿਆ, ਸਮਝਿਓ। ਤੇ ਉਹਨਾਂ ਨੇ ਉਸ ਬੇਈਮਾਨੀ ਦੀ ਮਾਫੀ ਵੀ ਮੰਗੀ ਸੀ। ਗੁਰਦੁਆਰਾ ਕਮੇਟੀ ਦੇ ਪੂਰਾ ਰਿਕਾਰਡ ਹੈ, ਸੈਕਟਰੀ ਹੈ ਗੁਰਦੁਆਰਾ ਕਮੇਟੀ ਦਾ, ਲੱਭ ਲੈ। ਤੇ ਜੋ 10 ਲੱਖ ਦਾ ਹਿਸਾਬ ਲਾਈਏ ਤਾਂ ਅੱਜ ਕਰੋੜੋਂ ਅਰਬੋਂ ਰੁਪਏ ਚ ਬਣ ਜਾਏਗਾ। ਛੱਡ ਦਿਓ ਇਸ ਗੱਲ ਨੂੰ, ਪਹਿਲੀ ਗੱਲ। ਦੂਜੀ ਗੱਲ, ਜੇ ਉਹਨਾਂ ਨੇ ਕਿਹਾ ਕਿ ਸਰਨਾ ਸਾਹਿਬ ਤੇ FIR ਹੋਈ ਹੈ ਤੇ ਮੈਂ ਉਹਦੀ ਗੱਲ ਦਾ ਜਵਾਬ ਦੇਣਾ ਚਾਹਾਂਗਾ। ਸਰਨਾ ਸਾਹਿਬ ਤੇ FIR ਹੋਈ ਹੈ ਬਾਲਾ ਸਾਹਿਬ ਹਸਪੀਟਲ ਦੇ ਮੈਟਰ ਦੇ ਉੱਤੇ ਕਿ ਤੁਸੀਂ ਕਿਹਾ ਕਿ ਜ਼ਮੀਨ ਵੇਚ ਦਿੱਤੀ, ਤੇ ਸਾਬਤ ਕਰੋ ਜ਼ਮੀਨ ਵੇਚ ਦਿੱਤੀ ਜੇ ਸਰਨਾ ਸਾਹਿਬ ਨੇ, ਤੇ ਕਰਾ ਦਿਓ ਸਜ਼ਾ। ਕੋਈ ਤੁਹਾਡੀ ਤਰ੍ਹਾਂ, ਤੁਹਾਡੇ 2 ਸਾਲ ਦੇ ਕਾਰਜਕਾਲ ਦੀ ਤਰ੍ਹਾਂ, ਜਿਹੜਾ ਕਹਿੰਦਾ ਮੇਰੇ 2 ਸਾਲ ਦੇ ਕਾਰਜਕਾਲ ਵਿੱਚ ਕੋਈ ਵੋ ਨਹੀਂ ਹੋਇਆ, ਬੇਈਮਾਨੋ। ਤੁਸੀਂ GC ਨੰਬਰ 1 3 FIR 8 ਸਾਲਾਂ ਦੇ ਵਿੱਚ, GC ਨੰਬਰ 2 ਮਨਜਿੰਦਰ ਸਿੰਘ ਸਿਰਸਾ ਔਰ ਤੂੰ ਉਹਦੀ ਪਾਰਟੀ ਦਾ ਜਨਰਲ ਸੈਕਟਰੀ, ਤੁਹਾਡੇ ਤੇ 2 FIR ਹੋ ਰਹੇ ਇਹਨਾਂ 2 ਸਾਲਾਂ ਦੇ ਵਿੱਚ ਹੀ। ਤਰਪਾਲਾਂ ਵੇਚ ਦਿੱਤੀਆਂ, ਤਰਪਾਲਾਂ ਦੇ ਨਕਲੀ ਬਿੱਲ ਪਾ ਦਿੱਤੇ, 1.5 ਕਰੋੜ ਰੁਪਈਆ ਦੇ 2 ਕਰੋੜ ਦੇ ਬਿੱਲ ਪਾਸ ਹੋ ਗਏ, ਉਹ ਦੁਕਾਨਾਂ ਨਹੀਂ ਲੱਭੀਆਂ, ਉਹ ਕੁਝ ਨਹੀਂ ਲੱਭਿਆ। ਅਸੀਂ ਥੋੜੀ ਕਰਾਈਆਂ ਨੇ FIR, ਉਹ ਤੇ ਕੋਰਟ ਨੇ ਕੀਤੀਆਂ ਨੇ। ਕੋਰਟ ਨੇ ਪ੍ਰੂਫ ਮੰਨਿਆ ਇਸ ਗੱਲ ਨੂੰ ਕਿ ਵਾਕਈ ਜਿਹੜੇ ਨਕਲੀ ਬਿੱਲ ਪਾਏ ਗਏ ਉਹਦਾ ਕੋਈ ਦੁਕਾਨ ਨਹੀਂ ਲੱਭ ਰਹੀ, ਕੋਈ ਜਗ੍ਹਾ ਨਹੀਂ ਲੱਭ ਰਹੀ, ਤੇ ਲਿਹਾਜ਼ਾ ਪਹਿਲੀ ਨਜ਼ਰ ਦੇ ਵਿੱਚ ਕਰਪਸ਼ਨ ਹੋਈ ਹੈ। ਉਹਨੂੰ ਪੁੱਛੋ ਕਿ ਇਹ 2 FIR ਕਦੋਂ ਹੋਈਆਂ ਨੇ ਬਈ? ਇੱਕ ਪੂਰੀ ਗਵਰਨਿੰਗ ਬਾਡੀ ਦੇ ਉੱਤੇ ਔਰ ਦੂਸਰੀ ਮਨਜਿੰਦਰ ਸਿੰਘ ਸਿਰਸਾ GC 2 ਦੇ ਉੱਤੇ। ਇਹ 2 ਸਾਲਾਂ ਦੇ ਹਲੇ ਸਾਲ, ਮੈਂ ਕਹਿੰਦਾ 8 ਮਹੀਨੇ ਵੀ ਨਹੀਂ ਹੋਏ ਇਹਨਾਂ ਨੂੰ FIR ਨੂੰ ਹੋਏ। ਰਹਿ ਗਈ ਗੱਲ, ਉਹਨੇ ਮੇਰੇ ਬਾਰੇ ਗੱਲ ਕੀਤੀ ਕਿ ਆਪਣਾ ਗੁਰਮੀਤ ਸਿੰਘ ਸ਼ੰਟੀ ਬਾਰੇ ਸਰਨਾ ਸਾਹਿਬ ਨੇ 2012 ਦੇ ਵਿੱਚ ਸਬਜ਼ੀਆਂ ਦੇ ਬਿੱਲ ਤੇ ਇਹ ਬੋਲਿਆ ਤੇ ਉਹ ਬੋਲਿਆ। ਉਹਨੂੰ ਪੁੱਛੋ 2012 ਵਿੱਚ ਸਰਨਾ ਜੀ ਨੇ ਜਦੋਂ ਬੋਲਿਆ ਤੇ ਮੈਂ ਕਿਹੜੀ ਪਾਰਟੀ ਦੇ ਸਿੰਬਲ ਤੋਂ ਚੁਣਾਵ ਲੜ ਰਿਹਾ ਸੀ? ਅਕਾਲੀ ਦਲ ਬਾਦਲ ਦੇ ਚੁਣਾਵ ਤੋਂ। ਜੇ ਮੈਂ ਗਲਤ ਸੀ, ਜੇ ਮੈਂ ਭ੍ਰਿਸ਼ਟਾਚਾਰ ਕੀਤਾ ਸੀ, ਤੇ ਫਿਰ ਤੁਸੀਂ ਮੈਨੂੰ ਆਪਣੀ ਪਾਰਟੀ ਦਾ ਟਿਕਟ ਦੇ ਕੇ ਕਿਉਂ ਨਵਾਜਿਆ? ਇੱਕ ਮਿੰਟ ਮੈਨੂੰ ਪੂਰਾ ਕਰ ਲੈਣ ਦਿਓ। ਤੁਸੀਂ ਮੈਨੂੰ ਆਪਣੀ ਪਾਰਟੀ ਦਾ ਟਿਕਟ ਦੇ ਕੇ ਕਿਉਂ ਨਵਾਜਿਆ? ਜੇ ਮੈਂ ਗਲਤ ਸੀ, ਫਿਰ ਤੁਸੀਂ 2019 ਦੇ ਵਿੱਚ ਮੈਨੂੰ ਕਲੀਅਰੈਂਸ ਕਿਉਂ ਦਿੱਤੀਆਂ? ਐਜ ਏ ਜਨਰਲ ਸੈਕਟਰੀ ਰਹਿੰਦੇ ਆ, ਐਜ ਏ ਪ੍ਰਧਾਨ ਰਹਿੰਦੇ ਆ ਕਿ ਦਿੱਲੀ ਗੁਰਦੁਆਰਾ ਕਮੇਟੀ 'ਚ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਸਬਜ਼ੀ ਦੇ ਮੈਟਰ ਨੂੰ ਲੈ ਕੇ। ਖਾਲੀ ਮੈਨੂੰ ਹੀ ਨਹੀਂ ਦਿੱਤੀਆਂ, ਦਿੱਲੀ ਪੁਲਿਸ ਨੂੰ, IO ਨੂੰ ਵੀ ਤੁਸੀਂ ਲਿਖ ਕੇ ਦਿੱਤੀਆਂ ਕਿ ਇੱਥੇ ਕਿਸੇ ਤਰ੍ਹਾਂ, ਤੁਸੀਂ ਵੀ ਖਾਲੀ ਨਹੀਂ ਲਿਖੀਆਂ। ਤੁਹਾਡੇ ਦਫ਼ਤਰ ਦੇ ਘੱਟੋ ਘੱਟ 15 ਬੰਦਿਆਂ ਨੇ ਆਪਣੇ ਆਪਣੇ ਡਿਪਾਰਟਮੈਂਟ ਦੀ ਸਿਗਨੇਚਰ ਦੇ ਨਾਲ ਮੋਹਰ ਮਾਰ ਕੇ, ਚਾਹੇ ਉਹ ਜਨਰਲ ਮੈਨੇਜਰ ਹੈ, ਚਾਹੇ ਮੈਨੇਜਰ ਹੈ, ਚਾਹੇ ਪਰਚੇਜ ਮੈਨੇਜਰ ਹੈ, ਚਾਹੇ ਅਕਾਊਂਟ ਆਫੀਸਰ ਹੈ, ਚਾਹੇ ਆਪਣਾ ਪਰਚੇਜ ਡਿਪਾਰਟਮੈਂਟ ਹੈ, ਹਰ ਡਿਪਾਰਟਮੈਂਟ ਨੇ ਤੁਸੀਂ ਲਿਖ ਕੇ ਦਿੱਤਾ। RTI 'ਚ ਵੀ ਔਰ IO ਨੂੰ ਵੀ ਤੁਸੀਂ ਲਿਖ ਕੇ ਦਿੱਤਾ ਕਿ ਕੋਈ ਆਵਾਜ਼ਾ ਕਰਪਸ਼ਨ ਨਹੀਂ ਹੋਇਆ। ਮੈਂ ਪੂਰੀ ਕਰਨਾ ਫਿਰ ਤੁਸੀਂ ਬੋਲਣਾ। ਉਹਦੇ ਬਾਅਦ ਅੱਗੋਂ ਤੁਸੀਂ ਗੱਲ ਕਰ ਰਹੇ ਹੋ ਕਿ ਬਈ ਜੇ ਮੰਨ ਲਓ ਸਾਰਾ ਕੁਝ ਹੋਇਆ ਸੀ, ਉਹ ਸਾਰੀਆਂ ਗੱਲਾਂ ਤੋਂ ਬਾਅਦ ਫਿਰ 2019 ਦਸੰਬਰ ਦੇ ਵਿੱਚ ਤੁਸੀਂ ਮੈਨੂੰ ਕਿਉਂ ਜੁਆਇਨ ਕਰਾਇਆ ਆਪਣੀ ਪਾਰਟੀ ਦੇ ਵਿੱਚ? ਜੇ ਮੈਂ ਗਲਤ ਸੀ, ਸਰਨਾ ਸਾਹਿਬ ਬੋਲੇ 2012-13 ਦੇ ਵਿੱਚ, 6 ਸਾਲ ਬਾਅਦ ਵੀ ਤੁਹਾਨੂੰ ਇਹ ਗੱਲ ਸਮਝ ਨਹੀਂ ਆਈ ਕਿ ਬਈ ਸਰਨਾ ਸਾਹਿਬ ਭ੍ਰਿਸ਼ਟਾਚਾਰ ਬਾਰੇ, ਸ਼ੰਟੀ ਬਾਰੇ ਬੋਲ ਰਹੇ ਨੇ ਤੇ ਅਸੀਂ ਇਹੋ ਜਿਹੇ ਸ਼ਖਸ ਨੂੰ ਆਪਣੀ ਪਾਰਟੀ 'ਚ ਕਿਉਂ ਲਈਏ? ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਪਾਰਟੀ 'ਚ ਆ ਕੇ ਬੰਦਾ ਪਾਕ ਸਾਫ ਹੋ ਜਾਂਦਾ ਔਰ ਬਾਹਰ ਚਲਾ ਜਾਂਦਾ ਤੇ ਦੋਸ਼ੀ ਹੋ ਜਾਂਦਾ। ਔਰ ਰਮੀਤ ਸਿੰਘ ਕਾਲਕਾ ਨੂੰ ਮੈਂ ਯਾਦ ਕਰਾਉਣਾ ਚਾਹਾਂਗਾ ਕਿ ਜਦੋਂ ਮਨਜੀਤ ਸਿੰਘ ਜੀਕੇ ਦੇ ਉੱਤੇ ਮੈਂ 3 ਇਲਜ਼ਾਮ ਲਗਾਏ ਸੀ ਗੋਲਕ ਚੋਰੀ ਦੇ, ਪਹਿਲਾ ਉਹ 51 ਲੱਖ ਰੁਪਏ ਡਾਲਰ ਵਾਲਾ, ਦੂਸਰਾ ਉਸ ਤੋਂ ਬਾਅਦ ਜਿਹੜਾ ਕਿਤਾਬਾਂ ਦੀ ਛਪਾਈ ਵਾਲਾ, ਤੀਸਰਾ ਜਿਹੜਾ ਉਹਨੇ ਆਪਣੇ ਪਰਿਵਾਰ ਨੂੰ ਜਿਹੜੀ ਆਪਣਾ ਰੈਨਬੀ ਕਲੋਥਿੰਗ ਪ੍ਰਾਈਵੇਟ ਲਿਮਟਿਡ ਨੂੰ ਜਿਹੜੇ ਕੰਮ ਦਿੱਤੇ ਸੀ ਤੇ ਉਹਦੇ ਵਿੱਚ ਬਿੱਲ ਨਕਲੀ ਪਾ ਕੇ ਪੈਸੇ ਲਏ ਸੀ। ਇਹੀ ਹਰਮੀਤ ਸਿੰਘ ਕਾਲਕਾ ਅੱਜ ਵੀ ਵੀਡੀਓ ਦੇ ਉੱਤੇ, ਚੈਨਲ ਦੇ ਉੱਤੇ, YouTube ਦੇ ਉੱਤੇ ਪ੍ਰੈਸ ਕਾਨਫਰੰਸ ਕਹਿੰਦੇ ਕੀਤੀ ਸੀ ਕਿ ਦਿੱਲੀ ਗੁਰਦੁਆਰਾ ਕਮੇਟੀ 'ਚ ਕੁਝ ਨਹੀਂ ਹੋਇਆ, ਮਨਜੀਤ ਸਿੰਘ ਜੀਕੇ ਬਿਲਕੁਲ ਸਾਫ਼ ਸੁਥਰਾ ਹੈ। ਹਰਐਸ਼ ਗੁਰਮੀਤ ਸਿੰਘ ਸ਼ੰਟੀ ਤੇ ਐਵੇਂ ਹੀ ਬੋਲਦਾ ਰਹਿੰਦਾ, ਝੂਠੇ ਪੁੱਠੇ ਇਲਜ਼ਾਮ ਲਗਾਉਂਦਾ ਰਹਿੰਦਾ। ਅੱਜ ਉਹੀ ਹਰਮੀਤ ਸਿੰਘ ਕਾਲਕਾ ਸਟੇਜਾਂ ਦੇ ਉੱਤੇ ਜਾ ਕੇ ਬੋਲ ਰਿਹਾ ਮਨਜੀਤ ਜੀਕੇ ਚੋਰ ਹੈ, ਮਨਜੀਤ ਜੀਕੇ ਗੋਲਕ ਲੁੱਟ ਕੇ ਲੈ ਗਿਆ, ਮਨਜੀਤ ਜੀਕੇ ਫਲਾਣਾ ਲੈ ਗਿਆ। ਜਦੋਂ ਮੈਂ ਇਲਜ਼ਾਮ ਲਗਾਏ, ਜਦੋਂ ਮੈਂ ਅਫੇਅਰ ਕਰਾਣੇ ਸੇ ਕੋਰਟ ਗਿਆ, ਤਦ ਜੀਕੇ ਠੀਕ ਸੀ,
ਤੂੰ ਪ੍ਰੈਸ ਕਾਨਫਰੰਸ ਕੀਤੀ ਉਹਦੀ ਫੇਵਰ ਵਿੱਚ। ਅੱਜ ਜੀਕੇ ਜਦੋਂ ਮੈਂ ਕੋਰਟ ਹੀ ਸਾਬਤ ਕਰਤਾ ਕਿ 3 ਐਫਆਈਆਰ ਬਾਅਦ ਕੋਰਟ ਨੇ ਵੀ ਮੰਨ ਲਿਆ ਕਿ ਸਾਰਾ ਕੁਝ ਠੀਕ ਹੈ, ਤੇ ਅੱਜ ਜੀਕੇ ਤੇਰੇ ਤੂੰ ਚੋਰ ਹੋ ਗਿਆ। ਤੇ ਭਈਆ ਤੁਸੀਂ ਕਦੋਂ ਕਿਹਨੂੰ ਚੋਰ ਬਣਾਣਾ, ਕਦੋਂ ਸਾਥ ਬਣਾਣਾ, ਇਸ ਗੱਲ ਦਾ ਜਵਾਬ ਤੇ ਦੇ ਦਿਓ। ਤੁਸੀਂ ਇੱਕ ਗੱਲ ਕਹੀ ਕਿ ਜਦੋਂ ਪਾਰਟੀ ਵਿੱਚ ਰਲਾਉਣਾ ਸੀ, ਕਲੀਨ ਚਿੱਟ ਪਾਰਟੀ 'ਚ ਰਲਾਉਣ ਕਰਕੇ ਦਿੱਤੀ ਕਿ ਤੁਸੀਂ ਕਲੀਨ ਸੀ? ਕਲੀਨ ਚਿੱਟ ਪਹਿਲਾਂ ਦੇ ਚੁੱਕੇ ਸੀ, ਮੈਂ ਤਾਂ ਕਲੀਨ ਹੀ ਸੀਗਾ। ਮੈਂ ਤਾਂ ਇੰਡੀਪੈਂਡੈਂਟ ਚੁਣਾਵ ਲੜਿਆ ਸਨ 2017 ਦੇ ਵਿੱਚ, ਕਿਸੇ ਪਾਰਟੀ ਤੋਂ ਨਹੀਂ ਲੜਿਆ। ਅਗਰ ਇਹ ਚਾਹੁੰਦੇ ਤੇ ਮੇਰੇ ਖਿਲਾਫ ਜੋ ਮਰਜ਼ੀ ਕਰਦੇ। 2017 ਚੁਣਾਵ ਹੋਇਆ, ਕਲੀਨ ਚਿੱਟ ਦਿੱਤੀ ਹੈ 2019 ਵਿੱਚ, ਪਾਰਟੀ ਜੁਆਇਨ ਹੋਇਆ ਦਸੰਬਰ 2019 ਵਿੱਚ। ਇਸ ਨੂੰ ਪੁੱਛੋ ਕਿ ਤੂੰ ਇਹਨਾਂ ਗੱਲਾਂ ਦਾ ਜਵਾਬ ਦੇ ਦੇ ਕਿ ਕਦੋਂ ਇਹ ਆਪਣਾ ਪੈਮਾਨਾ ਤੇ ਦੱਸ ਦੇ, ਕਦੋਂ ਬੰਦਾ ਦਾਗੀ ਹੋਏਗਾ, ਕਦੋਂ ਉਹਨੂੰ ਬੇਦਾਗ ਕਰੋਗੇ, ਕਦੋਂ ਉਹਨੂੰ ਸਰਵਿਸ ਚੋਂ ਬਾਹਰ ਕੱਢੋਗੇ ਤੇ ਕਦੇ ਵਾਪਸ ਉਹਨੂੰ ਕੰਧ 'ਚ ਪਾਓਗੇ। ਇਸ ਗੱਲ ਦਾ ਜਵਾਬ ਦੇ ਦੇ ਸਿਰਫ। ਚੰਟੀ ਜੀ, ਉਹਨਾਂ ਨੇ ਇੱਕ ਗੱਲ ਇੰਟਰਵਿਊ ਦੇ ਵਿੱਚ ਕਹੀ ਹੈ ਕਿ ਅਸੀਂ ਬੜੇ ਚੰਗੇ ਕੰਮ ਕੀਤੇ ਤੇ ਚੰਗੇ ਕੰਮ ਕਰ ਰਹੇ ਹਾਂ। ਬਿਲਕੁਲ ਕਰ ਰਿਹਾ ਹੈ। ਪਹਿਲੇ ਆਪਣੇ 2 ਅਨਮੋਲ ਰਤਨ ਜਿਹੜੇ ਆਪਣੇ ਕਮਰੇ 'ਚ ਹੀ ਰੱਖੇ ਹੋਏ ਸੀ, ਹਲੇ ਮੈਂ ਨਾਂ ਨਹੀਂ ਲੈ ਰਿਹਾ, ਅਗਲੀ ਵਾਰ ਨਾਂ ਲਵਾਂਗਾ। ਜੇ ਖਾਲੀ ਤੇਰੇ ਬਾਕੀ ਸਾਰਿਆਂ ਦੀ ਛੱਡ ਦੇ ਗੱਲ, ਮੈਂਬਰ ਦੀ ਛੱਡ ਦੇ, ਬਾਕੀ ਆਫਿਸ ਬੇਰਰ ਦੀ ਛੱਡ ਦੇ, ਤੂੰ ਪੂਰਾ ਲਿਬੜਿਆ ਉਹਦਾ ਛੱਡ ਦੇ। ਤੇਰੇ 2 ਅਨਮੋਲ ਰਤਨ, ਸਾਰਾ ਗੁਰਦੁਆਰਾ ਕਮੇਟੀ ਦਾ ਸਟਾਫ ਇਸ ਇੰਟਰਵਿਊ ਨੂੰ ਦੇਖ ਕੇ ਸਮਝ ਜਾਏਗਾ ਕਿਹੜੇ ਨੇ। ਕਿਹੜੇ ਮਕਾਨ ਨੂੰ ਉਹ ਕਿਸੇ ਵੀ EMPLOYE ਨੂੰ ਦੇਣ ਵਕਤ ਲੱਖਾਂ ਰੁਪਈਆ ਉਹਦੀ ਬੇਈਮਾਨੀ ਨਹੀਂ ਕਰਦੇ। ਕਿਹੜੇ ਨੀਚੋਂ ਦੀ ਉਹ ਕੈਸ਼ ਡਿਪਾਰਟਮੈਂਟ ਦੇ ਵਿੱਚੋਂ ਕੈਸ਼ ਉਹਨਾਂ ਨੇ ਨਕਲੀ ਪਰਚੀ ਅੱਜ ਤੱਕ ਨਹੀਂ ਪਾਈਆਂ। 2007 ਤੋਂ ਪਾਉਂਦੇ ਆ ਰਹੇ ਨੇ, 6 ਤੋਂ ਪਾਉਂਦੇ ਆ ਰਹੇ ਨੇ। ਮੈਂ ਇਹੋ ਜਿਹੇ ਪੋਤੜੇ ਖੋਲਾਂਗਾ ਕਰੈਕਟਰਲੈਸ ਤੇਰੇ 2 ਅਨਮੋਲ ਰਤਨ, ਜਿਨ੍ਹਾਂ ਦੀ ਆਡੀਓ ਵੀਡੀਓ ਤੱਕ ਲੇਡੀਜ਼ ਦੇ ਨਾਲ, ਔਰ ਤੂੰ ਖੁਦ ਉਹਨਾਂ ਨੂੰ ਸਸਪੈਂਡ ਤੱਕ ਕੀਤਾ ਹੋਵੇ, ਟ੍ਰਾਂਸਫਰ ਤੱਕ ਤੂੰ ਕਰ ਦਿੱਤੀ ਹੋਵੇ, ਤੇ ਫਿਰ ਕੀ ਸੋਚ ਕੇ ਉਹਨੂੰ ਵਾਪਸ ਲੈ ਆਇਆ? ਕਿਹੜੇ ਉਹਦੇ 'ਚ ਫੁੱਲ ਲੱਗੇ ਸੀ? ਇਹ 2 ਅਨਮੋਲ ਰਤਨ। ਔਰ ਆਪਣਾ ਪੂਰਾ ਚਿੱਠਾ ਪੋਲ ਦਾ ਮੇਰੇ ਕੋਲ ਖੁਲਵਾਣਾ ਨਹੀਂ, ਹਲੇ ਅੱਜ ਇੰਟਰਵਿਊ ਬਹੁਤਾ ਲੰਮਾ ਨਾ ਹੋ ਜਾਏ, ਮੈਂ ਇਸ ਕਰਕੇ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ। ਸ਼ੰਟੀ ਜੀ, ਚੰਗੇ ਕੰਮ ਦੀ ਜਿਹੜੀ ਗੱਲ ਕਹੀ ਹੈ, ਉਹਨਾਂ ਨੇ ਕਿਹਾ ਕਿ ਸਿੱਖ ਬੱਚਿਆਂ ਵਾਸਤੇ IAS ਤੇ IPS ਜਿਹੜੇ ਕੋਰਸ ਕਰਨਗੇ ਬੱਚੇ, ਉਹਨਾਂ ਦੀ ਕੋਚਿੰਗ ਦਾ ਬੰਦੋਬਸਤ ਕੀਤਾ ਜਾ ਰਿਹਾ। ਵਾਹ ਬਈ ਵਾਹ। ਸਰਨਾ ਸਾਹਿਬ ਨੇ ਅਕਾਲੀ ਦਲ ਦਿੱਲੀ ਦੀ ਜਦੋਂ ਸੇਵਾ ਨੂੰ ਮਿਲੀ ਸੀ, ਖਾਲਸਾ ਕਾਲਜ ਦੇ ਵਿੱਚ ਨਾਰਥ ਕੈਂਪਸ ਦੇ ਵਿੱਚ IAS IPS ਬੱਚਿਆਂ ਦਾ ਪੂਰਾ ਉਹ ਕੀ ਕਹਿੰਦੇ ਨੇ ਇੱਕ ਸੈਕਸ਼ਨ ਚਲਾ ਦਿੱਤਾ। 60 ਤੋਂ 70 ਬੱਚੇ ਉਹਦੇ ਵਿੱਚ ਸਿੱਖਿਆ ਲੈ ਰਹੇ ਸੀ। ਆਂਦੇ ਹੀ ਤੁਸੀਂ ਉਹਨੂੰ ਬੰਦ ਕਰ ਦਿੱਤਾ, ਪਹਿਲੀ ਗੱਲ। ਦੂਜੀ ਗੱਲ, ਤੁਸੀਂ ਕਹਿ ਰਹੇ ਹੋ ਕਿ ਅਸੀਂ IAS IPS ਬੱਚਿਆਂ ਦੀ ਮਦਦ ਕਰਾਂਗੇ। ਅਰੇ ਤੁਸੀਂ ਤੇ ਸਟੇਜਾਂ ਦੇ ਉੱਤੇ, ਮੇਰੇ ਕੋਲ ਤੁਹਾਡੀ ਵੀਡੀਓ ਨੇ, ਮੈਂ ਵਾਇਰਲ ਕਰਾਂਗਾ, ਤੁਸੀਂ ਸਕੂਲਾਂ ਦੇ ਬੱਚਿਆਂ ਦੀ ਔਰ ਦਿੱਲੀ ਦੀ ਸਿੰਘ ਸਭਾਵਾਂ ਦੇ ਸਾਰੇ ਗ੍ਰੰਥੀ ਸਿੰਘਾਂ ਦੀ ਔਰ ਸੇਵਾਦਾਰਾਂ ਦੇ ਬੱਚਿਆਂ ਨੂੰ ਤੁਸੀਂ ਕੈਸੇ ਅਸੀਂ ਫ੍ਰੀ ਪੜਾਵਾਂਗੇ, ਉਹਨਾਂ ਦੀ ਫੀਸਾਂ ਮਾਫ ਕਰਾਂਗੇ। ਉਹਦੇ ਨਾਂ ਦੇ ਉੱਤੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਗੋਲਕਾਂ ਵੀ ਲਗਾਈਆਂ, ਉਹ ਵੀ ਲੁੱਟ ਕੇ ਖਾ ਗਏ। ਔਰ 5 ਬੱਚੇ ਤੁਸੀਂ 550 ਗਏ ਸੀ, 500 ਸਾਲ ਦੇ ਉੱਤੇ ਗਏ ਸੀ 500 ਬੱਚੇ। 50 ਬੱਚਿਆਂ ਦਾ ਨਾਂ ਪਤਾ ਮੈਨੂੰ ਦੇ ਦਿਓ ਜਿਨ੍ਹਾਂ ਨੂੰ ਤੁਸੀਂ ਗ੍ਰੰਥੀ ਸਿੰਘਾਂ ਨੂੰ, ਸਿੰਘ ਸਭਾਵਾਂ ਦੇ ਜਿਹੜੇ ਹੋਣ, ਉਹਨਾਂ ਨੂੰ ਤੁਸੀਂ ਫੀਸਾਂ ਮਾਫ ਕੀਤੀਆਂ ਹੋਣ। ਤੇ ਤੁਸੀਂ IPS ਬਣਾਓਗੇ ਨਾ, ਤੁਸੀਂ ਉਸ ਜੋਗੇ, ਤੁਸੀਂ ਖਾਲੀ ਫੜਾ ਜੋਗੇ ਹੋ। ਔਰ ਫੜਾ ਜੋਗੇ ਤੁਸੀਂ ਕੰਮ ਕਰ ਰਹੇ ਹੋ। ਰਹਿ ਗਈ ਬਾਲਾ ਸਾਹਿਬ ਹਸਪੀਟਲ ਦੀ, ਜਿਹੜੀ ਇਹਨਾਂ ਨੇ ਕਿਹਾ ਕਿ ਅਸੀਂ ਇਹ ਪਹਿਲਾ ਫੇਜ਼ ਸ਼ੁਰੂ ਕਰਨ ਜਾ ਰਹੇ ਹਾਂ। ਇਹ ਪਹਿਲਾ ਫੇਜ਼, ਉਹਨੂੰ ਪੁੱਛੋ ਕਿ ਪਹਿਲਾ ਫੇਜ਼ ਕਿਸੇ ਵੀ ਹਸਪੀਟਲ 'ਚ OPD ਹੁੰਦਾ ਹੈ ਜਾਂ ਪਹਿਲਾ ਫੇਜ਼ ਸਿੱਧਾ ਕਿਡਨੀ ਤੇ ਪਹੁੰਚ ਜਾਈਦਾ, ਸਿੱਧਾ ਡਾਇਲਿਸਿਸ ਤੇ ਪਹੁੰਚ ਜਾਈਦਾ? ਹਰ ਹਸਪੀਟਲ ਵਿੱਚ ਜਦੋਂ ਵੀ ਮੈਂ ਦੇਖਿਆ ਅੱਜ ਤੱਕ, ਸਭ ਤੋਂ ਪਹਿਲੇ OPD ਸ਼ੁਰੂ ਕਰਦੇ ਨੇ, ਜਿਹਦੇ ਵਿੱਚ ਸਾਰੀ ਬਿਮਾਰੀਆਂ ਦਾ ਇਲਾਜ ਹੋ ਸਕੇ, ਔਰ ਉੱਥੇ ਡਾਕਟਰ ਅਪਾਇੰਟ ਕਰਦੇ ਨੇ। ਉਸ ਦੇ ਬਾਅਦ ਉਹ ਉਸ OPD ਵਿੱਚ ਐਮਰਜੈਂਸੀ ਸੇਵਾ ਉਪਲਬਧ ਕਰਾਉਂਦੇ ਨੇ, ਤਬ ਜਾ ਕੇ ਕਿਡਨੀ ਜਾਂ ਡਾਇਲਿਸਿਸ ਜਾਂ ਹੋਰ ਅਲੱਗ-ਅਲੱਗ ਜਿਹੜੀ ਸੇਵਾਵਾਂ ਉਹ ਪ੍ਰੋਵਾਈਡ ਕਰਾਣਗੇ, ਉਹਦਾ ਉਹ ਮਤਲਬ ਕੰਮ ਕਰਦੇ ਨੇ। ਕਹਿ ਰਿਹਾ ਪਹਿਲਾ ਫੇਜ਼, ਮਤਲਬ 8 ਸਾਲ ਪਹਿਲੇ ਤੁਸੀਂ 2 ਵਾਰੀ ਚੁਣਾਵ ਹੋ ਚੁੱਕੇ ਨੇ 8 ਸਾਲਾਂ ਵਿੱਚ। ਦੋਨੋਂ ਵਾਰੀ ਤੁਹਾਡੇ ਮੈਨੀਫੈਸਟੋ ਦੇ ਵਿੱਚ ਲਿਖਿਆ ਕਿ ਅਸੀਂ 550 ਬੈੱਡ ਦਾ ਹਸਪੀਟਲ ਬਣਾਵਾਂਗੇ, ਤੇ ਮਤਲਬ 7 ਸਾਲ ਤੇ 10 ਮਹੀਨੇ ਕੁਝ ਨਹੀਂ ਕੀਤਾ। 2 ਮਹੀਨੇ ਜਦੋਂ ਚੁਣਾਵ ਨੂੰ ਰਹਿ ਗਏ ਤੇ ਪਹਿਲਾ ਫੇਜ਼ ਸ਼ੁਰੂ ਕਰਨਾ ਯਾਦ ਆ ਗਿਆ, ਉਹ ਵੀ ਡਾਇਲਿਸਿਸ ਦਾ, ਉਹ ਵੀ ਇੱਕ NGO ਦੀ ਮਦਦ ਨਾਲ, ਉਹ ਵੀ ਐਸੇ ਐਗਰੀਮੈਂਟ ਦੇ ਉੱਤੇ ਜਿਸ ਐਗਰੀਮੈਂਟ ਦੇ ਉੱਤੇ ਉਸ NGO ਨੂੰ ਭਾਰਤ ਸਰਕਾਰ ਦੀ ਆਯੁਸ਼ਮਾਨ ਜਿਹੜੀ ਯੋਜਨਾ ਹੈ ਉਹਦੇ ਵਿੱਚ ਉਹਨੂੰ ਲੱਖੋਂ ਕਰੋੜਾਂ ਰੁਪਈਆ ਮਿਲਣਗੇ। ਇਹ ਸਾਰੇ ਕੋਲਮਾਲ ਸਾਹਮਣੇ ਕਰੋ, ਸੱਚੇ ਹੋ ਤੇ ਐਗਰੀਮੈਂਟ ਲਿਆਓ 7 ਤਰੀਕ ਤੋਂ ਪਹਿਲਾਂ। ਜੇ ਤੁਹਾਡੇ ਪਤਲੇ ਸੰਗਤ ਦੇ ਸਾਹਮਣੇ ਨਾ ਖੋਲ ਕੇ ਰੱਖ ਦਈਏ ਤੇ ਫਿਰ ਤੁਸੀਂ ਕਹਿਣਾ। ਸ਼ੰਟੀ ਜੀ, ਟਾਈਮ ਇਜਾਜ਼ਤ ਨਹੀਂ ਦਿੰਦਾ, ਤੁਹਾਡੇ ਨਾਲ ਹੋਰ ਵੀ ਗੱਲਾਂ ਕਰਨੀਆਂ ਸੀ, ਤੁਸੀਂ ਬੜੀ ਬੇਬਾਕੀ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ। ਫਿਰ ਸਮਾਂ ਮਿਲਿਆ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਹਮੇਸ਼ਾ ਇੰਤਜ਼ਾਰ ਰਹੇਗਾ। ਇਹੋ ਜਿਹੇ GC 1 2 3 4 ਜਿੰਨੇ ਵੀ ਹੈਗੇ ਨੇ, ਸਾਰਿਆਂ ਦੇ ਪਤੜੇ ਖੋਲਣ ਲਈ ਹਮੇਸ਼ਾ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਦੋਸਤੋ, ਇਹ ਸਨ ਸਰਦਾਰ ਗੁਰਮੀਤ ਸਿੰਘ ਚੰਟੀ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਜਵਾਬ ਦਿੱਤੇ। ਤੇ ਅਸੀਂ ਜੋ ਇਹਨਾਂ ਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਕਿ ਬਾਲਾ ਸਾਹਿਬ ਹਸਪਤਾਲ ਜਿਹੜਾ ਅੱਜ ਮੇਨ ਮੁੱਦਾ ਬਣਿਆ ਹੋਇਆ ਆ, ਜਿਹੜੀਆਂ ਵੀ ਇੰਟਰਵਿਊ ਦਿੱਤੀਆਂ ਜਾ ਰਹੀਆਂ ਇਹਨਾਂ ਵੱਲੋਂ ਜਾਂ ਫਿਰ ਜਿਹੜੀ ਸ਼ਾਸਕ ਪਾਰਟੀ ਹੈ ਇਸ ਟਾਈਮ ਜਿਹੜੀ ਸੇਵਾ ਸੰਭਾਲ ਜਿਹਦੇ ਕੋਲ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਨਾਂ ਵੱਲੋਂ ਵੀ ਬਾਲਾ ਸਾਹਿਬ ਹਸਪਤਾਲ ਦਾ ਮੁੱਦਾ ਚੁੱਕਿਆ ਜਾਂਦਾ ਹੈ। ਤੇ ਅਸੀਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਬਾਲਾ ਸਾਹਿਬ ਹਸਪੀਟਲ ਜਿਹੜਾ ਕਾਰ ਸੇਵਾ ਵਾਲੇ ਬਾਬਿਆਂ ਨੇ ਜਿਹੜਾ ਸੁਪਨਾ ਲਿਆ ਸੀ ਉਹ ਪੂਰਾ ਹੋਵੇ। ਜਿਹੜੀ ਵੀ ਪਾਰਟੀ ਆਵੇ ਇਹ ਹਸਪਤਾਲ ਬਣਨਾ ਚਾਹੀਦਾ ਆ।
ਇਸ ਦੇ ਨਾਲ ਹੀ ਮੈਨੂੰ ਕੁਲਵੰਤ ਸਿੰਘ ਗਗੜਪੁਰੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।